हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਤੇ ਉਹਦਾ 7ਵਾਂ ਪਾਰਟ ਓਨੈਸਟੀ ਐਂਡ ਟਰੂਥਫੁਲਨੈਸ ਯਾਨੀ ਕਿ ਇਮਾਨਦਾਰੀ ਤੇ ਸੱਚਾਈ ਬਾਰੇ ਗੱਲ ਕਰਾਂਗੇ। Truthfulness and honesty is the backbone of your character. ਸੱਚਾਈ ਤੇ ਇਮਾਨਦਾਰੀ ਤੁਹਾਡੇ ਚਰਿੱਤਰ ਦੇ ਜਿਵੇਂ ਰੀੜ੍ਹ ਦੀ ਹੱਡੀ ਹੁੰਦੀ ਹੈ ਉਹਦਾ ਕੰਮ ਕਰਦੀ ਹੈ। 7.1 Introduction. Dear children, you often wonder what are the reasons, qualities that contribute to creating a distinct identity in a human being. ਪਿਆਰੇ ਬੱਚਿਓ, ਤੁਸੀਂ ਅਕਸਰ ਸੋਚਦੇ ਹੋਵੋਗੇ ਕਿ ਕਿਹੜੇ ਕਾਰਨ ਨੇ, ਗੁਣ ਹਨ ਜੋ ਮਨੁੱਖ ਨੂੰ ਇੱਕ ਵੱਖਰੀ ਪਛਾਣ ਦਿੰਦੇ ਨੇ ਜਾਂ ਵੱਖਰੀ ਪਛਾਣ ਹੋਣ ਦਾ ਯੋਗਦਾਨ ਬਣਾਉਂਦੇ ਨੇ। You will be on cloud 9 to know that those qualities can be present in you also. Cloud 9 ਦਾ ਮਤਲਬ ਬਹੁਤ ਖੁਸ਼। ਤੁਸੀਂ ਇਹ ਜਾਣਦੇ ਹੋਏ ਬਹੁਤ ਖੁਸ਼ ਹੋਵੋਗੇ ਕਿ ਉਹ ਗੁਣ, ਉਹ ਸਾਰੀਆਂ ਚੀਜ਼ਾਂ ਤੁਹਾਡੇ ਆਪਣੇ ਵਿੱਚ ਵੀ ਮੌਜੂਦ ਹੈਗੀਆਂ ਨੇ। These two precious qualities are truthfulness and honesty. ਤੇ ਇਹ ਦੋ ਜਿਹੜੀਆਂ ਕੀਮਤੀ ਗੁਣ ਹੈਗੇ ਨੇ ਉਹ ਹੈਗੇ ਨੇ ਸੱਚਾਈ ਤੇ ਇਮਾਨਦਾਰੀ। Truthfulness and honesty are the qualities that make a person's character and personality more impressive. ਜਿਹੜੀ ਸੱਚਾਈ ਹੈਗੀ ਹੈ ਤੇ ਇਮਾਨਦਾਰੀ ਹੈਗੀ ਹੈ ਉਹ ਗੁਣ ਹਨ ਜੋ ਇੱਕ ਵਿਅਕਤੀ ਦੇ ਚਰਿੱਤਰ ਤੇ ਸ਼ਖਸੀਅਤ ਨੂੰ ਹੋਰ ਪ੍ਰਭਾਵਿਤ ਬਣਾਉਂਦੇ ਨੇ। They make us good human beings and help in nation building. ਉਹ ਸਾਨੂੰ ਤਾਂ ਚੰਗਾ ਇਨਸਾਨ ਬਣਾਉਂਦੇ ਹੀ ਨੇ, ਸਾਡੇ ਨਾਲ ਸਾਡੇ ਰਾਸ਼ਟਰ ਨੂੰ, ਦੇਸ਼ ਦਾ ਨਿਰਮਾਣ ਕਰਨ ਦੇ ਵਿੱਚ ਵੀ ਮਦਦ ਕਰਦੇ ਨੇ। As a tree from the roots to the leaves is useful to the human beings and animals, so are the qualities in every stage of human life. ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਰੁੱਖ ਜਿਹੜਾ ਹੈ, ਦਰਖਤ ਜਿਹੜਾ ਹੈ, ਉਹ ਜੜ੍ਹਾਂ ਤੋਂ ਲੈ ਕੇ ਪੱਤਿਆਂ ਤੱਕ ਸਾਡੇ ਵੀ ਕੰਮ ਆਉਂਦਾ ਹੈ, ਜਾਨਵਰਾਂ ਤੇ ਵੀ ਕੰਮ ਆਉਂਦਾ ਹੈ। ਉਵੇਂ ਹੀ ਅਸੀਂ ਕਹਿ ਸਕਦੇ ਹਾਂ ਜਿਹੜੀ ਮਨੁੱਖ ਦੇ ਜੀਵਨ ਦੇ ਹਰ ਪੜਾਅ ਤੇ ਅਲੱਗ-ਅਲੱਗ ਗੁਣ ਹੁੰਦੇ ਨੇ, ਮੌਜੂਦ ਹੁੰਦੇ ਨੇ, ਉਹ ਸਾਡੇ ਕੰਮ ਆਉਂਦੇ ਹੀ ਆਉਂਦੇ ਨੇ। ਫਰਮ ਕ੍ਰੈਡਲ ਟੂ ਗ੍ਰੇਵ, ਜਦ ਬੱਚਾ ਛੋਟਾ ਹੁੰਦਾ ਤਾਂ ਉਹਨੂੰ ਝੂਟੇ 'ਚ ਪਾਉਂਦੇ ਆ, ਉਦੋਂ ਤੋਂ ਲੈ ਕੇ ਮਰਨ ਤੱਕ everyone gives the example of a person who is truthful and honest. ਸਾਨੂੰ ਅਜਿਹੇ ਵਿਅਕਤੀ ਦੇ ਉਦਾਹਰਣ ਮਿਲਦੇ ਰਹਿੰਦੇ ਨੇ ਜੋ ਸੱਚਾ ਹੋਏ, ਇਮਾਨਦਾਰ ਹੋਏ। Because he is trustworthy and liked by all. ਕਿਉਂਕਿ ਉਹ ਭਰੋਸੇਮੰਦ ਵੀ ਹੈਗਾ ਤੇ ਸਾਰੇ ਉਸ ਨੂੰ ਪਸੰਦ ਵੀ ਕਰਦੇ ਨੇ। ਅੱਗੇ ਚੱਲਦੇ ਹਾਂ। Use your insight to see how true and honest you are. ਹੁਣ ਤੁਸੀਂ ਆਪਣੇ ਅੰਦਰ ਝਾਂਕ ਕੇ ਦੇਖਣਾ, ਇਹਨਾਂ ਗੱਲਾਂ ਦੇ ਜਵਾਬ ਦੇਣੇ ਨੇ ਵੀ ਤੁਸੀਂ ਕਿੰਨੇ ਸੱਚੇ ਤੇ ਇਮਾਨਦਾਰ ਹੋ। ਇਹ ਹੈਗੇ ਨੇ ਟ੍ਰੇਟਸ ਯਾਨੀ ਕਿ ਗੁਣ। ਇੱਥੇ ਤੁਸੀਂ ਯੈਸ ਜਾਂ ਨੋ ਵਿੱਚ ਦੱਸਣਾ। ਪਹਿਲਾ, I never steal. ਮੈਂ ਕਦੇ ਚੋਰੀ ਨਹੀਂ ਕਰਦਾ, ਬਿਲਕੁਲ। ਦੂਜਾ, I never tell a lie. ਮੈਂ ਕਦੇ ਝੂਠ ਨਹੀਂ ਬੋਲਦਾ, ਤੁਸੀਂ ਇਮਾਨਦਾਰੀ ਨਾਲ ਭਰੇ ਹੋ। ਤੀਜਾ, I always do my job honestly. ਮੈਂ ਹਮੇਸ਼ਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ। ਜੀ ਹਾਂ। I never cheat on anyone. ਮੈਂ ਕਦੇ ਕਿਸੇ ਨੂੰ ਧੋਖਾ ਨਹੀਂ ਦਿੰਦਾ। My friends trust me a lot. ਮੇਰੇ ਦੋਸਤ ਮੇਰੇ ਤੇ ਬਹੁਤ ਭਰੋਸਾ ਕਰਦੇ ਨੇ। I usually admit my mistake. ਜੇਕਰ ਮੈਂ ਗਲਤੀ ਕਰਾਂ ਤਾਂ ਮੈਂ ਉਹਨੂੰ ਮੰਨ ਵੀ ਲੈਂਦਾ। I never cheat in exams. ਮੈਂ ਕਦੇ ਪਰੀਖਿਆ ਵਿੱਚ ਚੀਟਿੰਗ ਨਹੀਂ ਕਰਦਾ। I always stand with him, her who is honest and truthful. ਜੋ ਇਮਾਨਦਾਰ ਤੇ ਸੱਚਾ ਹੁੰਦਾ ਮੈਂ ਉਹਦੇ ਨਾਲ ਹਮੇਸ਼ਾ ਉਹਦਾ ਪੱਖ ਲੈਂਦੀ ਹਾਂ, ਉਹਦੇ ਨਾਲ ਖੜੀ ਹੁੰਦੀ ਹਾਂ। I am always on the path of goodness. ਮੈਂ ਹਮੇਸ਼ਾ ਚੰਗਿਆਈ ਦੀ ਰਾਹ ਤੇ ਚੱਲਦੀ ਹਾਂ। Yes, I deliver the found thing to the concerned person. ਜੇਕਰ ਕਿਸੇ ਦੀ ਗਵਾਚੀ ਹੋਈ ਚੀਜ਼ ਮੈਨੂੰ ਮਿਲ ਜਾਂਦੀ ਹੈ ਤਾਂ ਮੈਂ ਉਹਨੂੰ ਵਾਪਸ ਕਰ ਦਿੰਦੀ ਹਾਂ। ਹੁਣ ਇੱਥੇ ਆਪਾਂ ਆਪਣੇ ਆਪ ਨੂੰ ਸਕੋਰ ਦੇਣਾ। ਜੇ ਤੁਸੀਂ ਯੈਸ ਕੀਤਾ ਤਾਂ ਤੁਹਾਡੇ ਇੱਕ ਕੁਐਸਚਨ ਦੇ ਯੈਸ ਤੇ 2 ਪੁਆਇੰਟਸ ਬਣ ਜਾਂਦੇ ਨੇ, ਠੀਕ ਹੈ। ਜੇ ਤੁਸੀਂ ਨੋ ਕੀਤਾ ਤਾਂ 1 ਪੁਆਇੰਟ ਬਣਦਾ ਹੈ। ਹੁਣ ਤੁਸੀਂ ਕਾਊਂਟ ਕਰ ਲਓ, 20 ਦੇ ਵਿੱਚੋਂ ਆਪਣੇ ਆਪ ਨੂੰ ਨੰਬਰ ਜ਼ਰੂਰ ਦਿਓ, ਇੱਥੇ ਇਮਾਨਦਾਰੀ ਨਾਲ ਦਿਓ। ਅਗਲਾ ਇੱਥੇ ਸਵਾਲ ਦਿੱਤਾ ਹੋਇਆ ਹੈ, I will make the following efforts to increase my score in truth and honesty. ਹੁਣ ਮੈਂ ਇਹ ਸਾਰੇ ਅਭਿਆਸ ਕਰਾਂਗੀ ਤਾਂ ਕਿ ਮੈਂ ਹੋਰ ਸੱਚਾਈ ਤੇ ਇਮਾਨਦਾਰੀ ਦੇ ਮਾਰਗ ਤੇ ਚੱਲ ਸਕਾਂ, ਠੀਕ ਹੈ। ਇੱਕ ਇਹਦਾ ਆਨਸਰ ਤਾਂ ਮੈਂ ਇਹ ਲਿਖਤਾ, in order to be more truthful and honest, I'll try to imbibe the above traits.
ਵਧੇਰਾ ਸੱਚਾ ਇਨਸਾਨ ਤੇ ਇਮਾਨਦਾਰ ਇਨਸਾਨ ਬਣਨ ਦੇ ਲਈ ਮੈਂ ਉਪਰੋਕਤ ਜਿਹੜੇ ਗੁਣ ਨੇ ਉਹਨਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਾਂਗੀ। ਜਾਂ ਫਿਰ ਆਪਾਂ ਇਹ ਲਿਖ ਸਕਦੇ ਹਾਂ ਬੀਇੰਗ ਓਨੈਸਟ ਵਿਦ ਅਦਰਸ, ਮੈਂ ਕੀ ਕਰਾਂਗੀ, ਦੂਜਿਆਂ ਨਾਲ ਇਮਾਨਦਾਰ ਹੋਵਾਂਗੀ। ਬੀਇੰਗ ਓਨੈਸਟ ਵਿਦ yourself, ਆਪਣੇ ਨਾਲ ਇਮਾਨਦਾਰ ਰਹਾਂਗੀ। ਅਵੋਇਡਿੰਗ ਅਨਨੈਸੈਸਰੀ ਲਾਈਜ਼, ਝੂਠ ਨਹੀਂ ਬੋਲਾਂਗੀ। ਬੀ ਦ ਬੈਸਟ ਵਰਜ਼ਨ ਆਫ yourself, ਮੈਂ ਆਪਣੇ ਆਪ ਤੋਂ ਸਭ ਤੋਂ ਵਧੀਆ ਜਿਹੜਾ ਮੈਂ ਬਣ ਸਕਦੀ ਹਾਂ ਉਹ ਬਣ ਕੇ ਦਿਖਾਵਾਂਗੀ। ਬੀ ਟਰੂਥਫੁਲ, ਟੇਕ ਟਾਈਮ ਟੂ ਰਿਫਲੈਕਟ, ਬੀ ਸਟ੍ਰੇਟ ਫਾਰਵਰਡ, ਮੈਂ ਸੱਚਾਈ ਦਾ ਸਾਹਮਣਾ ਕਰਾਂਗੀ। ਜੇ ਕੁਝ ਗਲਤ ਕਰਦੀ ਹਾਂ ਉਹਨੂੰ ਸੋਚਾਂਗੀ, ਸਮਝਾਂਗੀ ਤੇ ਫਿਰ ਐਕਸ਼ਨ ਲਵਾਂਗੀ। ਸਟਾਪ ਕੰਪੇਅਰਿੰਗ yourself to others, change your habits, ਆਪਣੀਆਂ ਆਦਤਾਂ ਨੂੰ ਬਦਲਾਂਗੀ ਤੇ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਵੀ ਨਹੀਂ ਕਰਾਂਗੀ, ਤੁਲਨਾ ਵੀ ਨਹੀਂ ਕਰਾਂਗੀ, ਕਿਉਂਕਿ ਹਰ ਮਨੁੱਖ ਅਲੱਗ ਹੁੰਦਾ ਹੈ। ਅੱਗੇ 7.2 ਐਕਟੀਵਿਟੀ ਟਾਈਮ, instead of showing off, work with honesty because such work is more impressive। ਇੱਥੇ ਇਹ ਦੱਸਿਆ ਹੋਇਆ ਵੀ ਦਿਖਾਵਾ ਕਰਨ ਦੀ ਥਾਂ ਤੇ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਹਨੂੰ ਪੂਰੀ ਇਮਾਨਦਾਰੀ ਦੇ ਨਾਲ ਕਰੋ, ਕਿਉਂਕਿ ਅਜਿਹਾ ਕੰਮ ਜ਼ਿਆਦਾ ਪ੍ਰਭਾਵਸ਼ੀਲ ਹੁੰਦਾ ਹੈ। Walking on the path of truth and honesty makes you feel delighted and proud। ਸੱਚਾਈ ਤੇ ਇਮਾਨਦਾਰੀ ਦੇ ਮਾਰਗ ਤੇ ਚੱਲ ਕੇ ਤੁਸੀਂ ਆਪ ਖੁਸ਼ੀ ਮਹਿਸੂਸ ਕਰੋਗੇ, ਤੁਹਾਨੂੰ ਆਪਣੇ ਆਪ ਨੂੰ ਮਾਣ ਹੋਏਗਾ। Dear children, let us share some incidents। ਪਿਆਰੇ ਬੱਚਿਓ, ਚਲੋ ਕੁਝ ਘਟਨਾਵਾਂ ਸਾਂਝੀਆਂ ਕਰਦੇ ਹਾਂ। Do you return items, money or other things you borrowed in need? ਜਦ ਤੁਹਾਨੂੰ ਲੋੜ ਸੀ, ਤੁਸੀਂ ਚੀਜ਼ਾਂ ਜਿਹੜੀਆਂ ਲਈਆਂ ਸੀ, ਪੈਸੇ ਲਏ ਸੀ, ਉਹ ਬੰਦਿਆਂ ਨੂੰ ਵਾਪਸ ਮੋੜ ਦਿੰਦੇ ਹੋ ਜਿਨ੍ਹਾਂ ਤੋਂ ਲਏ ਸੀ? If yes, then why? If not, then why? ਜੇ ਮੋੜ ਦਿੰਦੇ ਹੋ ਤਾਂ ਕਿਉਂ? ਜੇ ਨਹੀਂ ਮੋੜਦੇ ਤਾਂ ਕਿਉਂ? ਤੇ ਇਹਦਾ ਜਵਾਬ ਮੈਂ ਲਿਖਿਆ ਹੈ, whenever I borrow something from someone, ਜਦ ਵੀ ਮੈਂ ਕਿਸੇ ਤੋਂ ਕੋਈ ਚੀਜ਼ ਉਧਾਰ ਲੈਂਦੀ ਆ, I always return it in a better condition, ਉਹਨੂੰ ਵਧੀਆ ਸਥਿਤੀ ਦੇ ਵਿੱਚ ਹੀ ਵਾਪਸ ਕਰਦੀ ਆ। And say thank you, ਤੇ ਨਾਲ ਦੀ ਨਾਲ ਬੰਦੇ ਦਾ ਧੰਨਵਾਦ ਵੀ ਕਰਦੀ ਆ। ਦੂਜਾ ਸਵਾਲ, you are walking on the road, suddenly someone's purse, wallet falls down। ਮੰਨ ਲਓ ਤੁਸੀਂ ਸੜਕ ਤੇ ਜਾ ਰਹੇ ਹੋ ਤੇ ਅਚਾਨਕ ਕਿਸੇ ਦਾ ਪਰਸ, ਬਟੂਆ ਹੇਠਾਂ ਡਿੱਗ ਜਾਂਦਾ ਹੈ। You pick it up and see it has a lot of money in it। ਤੁਸੀਂ ਉਹਨੂੰ ਚੱਕਦੇ ਹੋ ਤੇ ਦੇਖਦੇ ਹੋ ਉਹਦੇ ਵਿੱਚ ਬਹੁਤ ਪੈਸੇ ਨੇ। You also need money, ਪਰ ਤੁਹਾਨੂੰ ਵੀ ਪੈਸੇ ਦੀ ਲੋੜ ਹੈ। What will you do in such a situation? ਤੁਸੀਂ ਅਜਿਹੀ ਸਿਚੁਏਸ਼ਨ ਦੇ ਵਿੱਚ ਕੀ ਕਰੋਗੇ, ਹਾਲਾਂਕਿ ਤੁਹਾਨੂੰ ਵੀ ਪੈਸੇ ਦੀ ਲੋੜ ਹੈਗੀ ਹੈ। ਇੱਥੇ ਮੈਂ ਲਿਖਿਆ, if I found someone's purse or wallet falling down, ਜੇ ਮੈਂ ਦੇਖਦੀ ਹਾਂ ਕਿਸੇ ਦਾ ਬਟੂਆ ਜਾਂ ਪਰਸ ਗਿਰਦਾ ਹੋਇਆ, I would immediately pick it up, ਮੈਂ ਉਹਨੂੰ ਫਟਾਫਟ ਚੱਕਾਂਗੀ and return it to the person, ਤੇ ਮੈਂ ਉਸ ਬੰਦੇ ਨੂੰ ਵਾਪਸ ਕਰ ਦਾਂਗੀ। Despite the fact that I am in need of money, ਹਾਲਾਂਕਿ ਇਹ ਸੱਚ ਹੈ ਵੀ ਮੈਨੂੰ ਪੈਸੇ ਦੀ ਲੋੜ ਹੈਗੀ ਹੈ, I would still not steal it, ਫਿਰ ਵੀ ਮੈਂ ਉਹਦੀ ਚੋਰੀ ਨਹੀਂ ਕਰਾਂਗੀ। ਇਹ ਤਾਂ ਹੋ ਗਏ ਦੋਨੋਂ ਸਵਾਲ, ਠੀਕ ਹੈ। ਹੁਣ ਇਸ ਸਵਾਲ ਦਾ ਇੱਕ ਹੋਰ ਜਵਾਬ ਮੈਂ ਇੱਥੇ ਲਿਖਿਆ, ਦੇਖੋ ਇਹਦਾ ਜਵਾਬ ਮੈਂ ਲਿਖਿਆ ਜਿਹੜਾ ਇਹ ਹੈਗਾ ਵੀ ਤੁਹਾਨੂੰ ਦੂਜਿਆਂ ਦਾ ਸਮਾਨ ਵਾਪਸ ਕਰਨਾ ਚਾਹੀਦਾ ਜਾਂ ਨਹੀਂ, ਉਹ ਇਹ ਹੈਗਾ, ਇਟ ਇਜ਼ ਵੈਰੀ ਇੰਪੋਰਟੈਂਟ ਟੂ ਰਿਟਰਨ ਦ ਬੋਰੋਡ ਸਟਫ। ਉਧਾਰ ਲਿੱਤਾ ਸਮਾਨ ਵਾਪਸ ਕਰਨਾ ਜ਼ਰੂਰੀ ਇਸ ਲਈ ਹੋ ਜਾਂਦਾ ਹੈ, ਕਿਉਂ? ਇਟ ਸ਼ੋਜ਼ ਦੈਟ ਵੀ ਵੈਲਿਊ ਆਰ ਰਿਲੇਸ਼ਨਸ਼ਿਪ। ਇਹ ਦਰਸਾਉਂਦਾ ਹੈ ਵੀ ਅਸੀਂ ਜਿਹੜਾ ਦੋਸਤੀ ਹੈਗੀ ਹੈ ਉਹਦੀ ਕੀਮਤ ਪਾ ਰਹੇ ਹਾਂ। ਆਰ ਬੌਂਡ, ਆਪਣੇ ਰਿਸ਼ਤੇ ਦੀ ਕੀਮਤ ਪਾ ਰਹੇ ਹਾਂ ਵਿਦ ਦ ਪਰਸਨ ਫਰੋਮ whom we got the stuff, ਜਿਹਦੇ ਤੋਂ ਆਪਾਂ ਸਮਾਨ ਲਿਆ ਉਹਦੀ ਦੋਸਤੀ, ਉਹਦੇ ਰਿਸ਼ਤੇ ਦਾ ਮਾਣ ਕਰਦੇ ਹਾਂ ਆਪਾਂ। ਇਟ ਇਜ਼ ਆਲਸੋ ਕੰਸੀਡਰਡ ਐਜ਼ ਗੁੱਡ ਮੈਨਰਸ ਔਰ ਗੁੱਡ ਸੋਸ਼ਲ ਐਟੀਕੇਟਸ, ਤੇ ਇਹਨਾਂ ਨੂੰ ਗੁੱਡ ਮੈਨਰਸ ਦੇ ਵਿੱਚ ਵੀ ਮੰਨਿਆ ਜਾਂਦਾ ਹੈ ਤੇ ਗੁੱਡ ਸੋਸ਼ਲ ਐਟੀਕੇਟਸ ਵੀ ਇਹਨਾਂ ਨੂੰ ਗਿਣਿਆ ਜਾਂਦਾ ਹੈ। ਅੱਗੇ, ਰਾਈਟ ਦ ਨੇਮਸ ਆਫ ਚਿਲਡਰਨ ਇਨ ਯੋਰ ਕਲਾਸ ਹੂ ਆਰ ਓਨੈਸਟ। ਆਪਣੀ ਕਲਾਸ ਦੇ ਵਿੱਚ ਉਹਨਾਂ ਬੱਚਿਆਂ ਦੇ ਨਾਂ ਲਿਖੋ ਜਿਹੜੇ ਇਮਾਨਦਾਰ ਨੇ। Give an example of their honesty, ਤੇ ਉਹਨਾਂ ਦੀ ਸੱਚਾਈ ਬਾਰੇ, honesty ਬਾਰੇ ਕੁਝ ਉਦਾਹਰਨ ਵੀ ਦਿਓ। ਇੱਥੇ ਮੈਂ ਲਿਖਿਆ, there are many students in my class who are honest। ਮੇਰੀ ਕਲਾਸ ਦੇ ਵਿੱਚ ਬਹੁਤ ਬੱਚੇ ਨੇ ਜੋ ਇਮਾਨਦਾਰ ਨੇ। For example, ਜਿਵੇਂ ਕਿ last Tuesday my teacher forgot her purse in the classroom and my friend Karan went to return it। ਲਾਸਟ ਟਿਊਜ਼ਡੇ ਕੀ ਹੋਇਆ, ਮੇਰੇ ਟੀਚਰ ਕਲਾਸਰੂਮ ਦੇ ਵਿੱਚ ਆਪਣਾ ਪਰਸ ਭੁੱਲ ਗਏ ਸੀ ਤੇ ਮੇਰਾ ਜਿਹੜਾ ਦੋਸਤ ਹੈ ਕਰਨ, ਉਹਨੇ ਜਾ ਕੇ ਉਹ ਟੀਚਰ ਨੂੰ ਵਾਪਸ ਕੀਤਾ। ਉਵੇਂ ਇੱਕ ਹੋਰ ਉਦਾਹਰਨ, ਸਿਮਰਨ didn't know anything in her English test but still she didn't cheat। ਸਿਮਰਨ ਨੂੰ ਕੁਝ ਵੀ ਨਹੀਂ ਆਉਂਦਾ ਸੀ ਇੰਗਲਿਸ਼ ਦੇ ਪੇਪਰ ਵਿੱਚ, ਫਿਰ ਵੀ ਉਹਨੇ ਚੀਟਿੰਗ ਨਹੀਂ ਕੀਤੀ। ਅਗਲਾ ਉਦਾਹਰਨ,
Rahul also returned my money because he borrowed it once when he was in need of it. ਰਾਹੁਲ ਨੇ ਵੀ ਮੇਰੇ ਪੈਸੇ ਮੋੜਤੇ ਕਿਉਂਕਿ ਉਹਨੇ ਲਏ ਸੀ ਜਦ ਉਹਨੂੰ ਜ਼ਰੂਰਤ ਸੀ, ਲੋੜ ਸੀ। ਅੱਗੇ D part, write about an event that inculcated in you the quality of truth and honesty. ਉਸ ਘਟਨਾ ਬਾਰੇ ਲਿਖੋ ਜਿਸ ਨੇ ਤੁਹਾਡੇ ਅੰਦਰ ਸੱਚਾਈ ਤੇ ਇਮਾਨਦਾਰੀ ਦਾ ਗੁਣ ਪੈਦਾ ਕੀਤਾ। ਜਿਹੜੇ ਦੋ ਗੁਣ ਨੇ ਉਹ ਮੈਂ ਇਸ ਕਹਾਣੀ ਤੋਂ ਸਿੱਖੇ ਨੇ। ਇਹ ਕਹਾਣੀ ਹੈਗੀ ਹੈ ਇੱਕ ਬੇਕਰ ਦੀ ਤੇ ਇੱਕ ਕਿਸਾਨ ਦੀ, ਤੇ ਜਿਹੜਾ ਬੇਕਰ ਹੁੰਦਾ ਹੈ ਉਹ ਫਾਰਮਰ ਤੋਂ ਕੀ ਲੈ ਰਿਹਾ ਹੁੰਦਾ ਹੈ, ਇੱਥੇ ਮੈਂ ਲਿਖ ਦਿੰਦੀ ਆ ਬਟਰ, ਮੱਖਣ, ਤੇ ਕਿਸਾਨ ਨੇ ਉਹਨੂੰ ਬਦਲੇ ਵਿੱਚ ਕੀ ਦੇਣਾ ਹੁੰਦਾ ਹੈ, ਬ੍ਰੈਡ, ਕਿਉਂਕਿ ਬੇਕਰ ਬ੍ਰੈਡ ਬਣਾਉਂਦਾ ਹੈ, ਬਿਸਕਿਟ ਬਣਾਉਂਦਾ ਹੈ। ਤੇ ਕਾਫੀ ਦੇਰ ਏਦਾਂ ਦਾ ਸਿਲਸਿਲਾ ਚੱਲਦਾ ਰਿਹਾ ਤੇ ਇੱਕ ਵਾਰ ਦੀ ਗੱਲ ਹੈ ਵੀ ਜਿਹੜਾ ਬੇਕਰ ਹੈਗਾ ਉਹ ਨਾਪ ਕੇ ਦੇਖਦਾ ਹੈ ਬਟਰ ਨੂੰ ਵੀ ਕਿਸਾਨ ਨੇ ਮੈਨੂੰ ਕਿੰਨਾ ਬਟਰ ਦਿੱਤਾ ਹੈ, ਮੱਖਣ ਦਿੱਤਾ ਹੈ, ਤੇ ਜਦੋਂ ਉਹਨੂੰ ਨਾਪਦਾ ਹੈ ਉਹਨੇ ਜਨਰਲੀ 3 ਪਾਉਂਡ ਦੇਣਾ ਹੁੰਦਾ ਹੈ, ਇੱਕ ਮੇਜਰ ਕਰਨ ਦਾ ਕੁਆਂਟੀਟੀ ਹੈਗੀ ਹੈ। ਤੇ ਉਹ ਦੇਖਦਾ ਵੀ ਉਹ 3 ਪਾਉਂਡ ਨਹੀਂ ਦੇ ਰਿਹਾ, ਜਿਹੜਾ ਕਿਸਾਨ ਹੈਗਾ ਚਲਾਕੀ ਵਰਤ ਰਿਹਾ ਵੀ ਉਹ ਤੋਂ ਘੱਟ ਦੇ ਰਿਹਾ। ਤੇ ਉਹ ਉਹਨੂੰ ਜਾ ਕੇ ਲੈ ਜਾਂਦਾ ਕੋਰਟ ਦੇ ਵਿੱਚ ਤੇ ਜੱਜ ਨੂੰ ਕਹਿੰਦਾ ਵੀ ਇਹਨੂੰ ਸਜ਼ਾ ਦਿਓ ਵੀ ਇਹ ਤਾਂ ਮੇਰੇ ਨਾਲ ਚੀਟਿੰਗ ਕਰ ਰਿਹਾ ਹੈ। ਤੇ ਜਿਹੜਾ ਕਿਸਾਨ ਹੈ ਉਹ ਕਹਿੰਦਾ ਵੀ ਮੈਨੂੰ ਨਾਪ ਤੋਲ ਕਰਨ ਲਈ ਕੋਈ ਮਸ਼ੀਨ ਤਾਂ ਹੈ ਨਹੀਂ ਮੇਰੇ ਘਰੇ। ਤੇ ਫਿਰ ਜੱਜ ਪੁੱਛਦਾ ਵੀ ਤੂੰ ਕਿਵੇਂ ਧੋਖੇ ਨਾਲ ਇਹਨੂੰ 3 ਪਾਉਂਡ ਦੀ ਥਾਂ ਤੇ ਘੱਟ ਮੱਖਣ ਦੇਈ ਜਾ ਰਿਹਾ। ਤਾਂ ਕਿਸਾਨ ਕਹਿੰਦਾ ਵੀ ਇਹ ਮੈਨੂੰ 3 ਪਾਉਂਡ ਦੇ ਬਰਾਬਰ ਬ੍ਰੈਡ ਦਿੰਦਾ ਤੇ ਮੈਂ ਉਹੀ ਦੂਜੇ ਪਾਸੇ ਰੱਖ ਕੇ ਉਹਦੇ ਬਰਾਬਰ ਹੀ ਮੱਖਣ ਤੋਲ ਕੇ ਇਹਨੂੰ ਦੇ ਕੇ ਜਾਂਦਾ। ਤੇ ਇਸ ਕਹਾਣੀ ਤੋਂ ਮੈਨੂੰ ਇਹ ਸਿੱਖਿਆ ਮਿਲੀ ਵੀ ਜੇ ਤੁਸੀਂ ਦੂਜਿਆਂ ਨਾਲ ਇਮਾਨਦਾਰ ਨਹੀਂ ਹੈਗੇ ਹੋ, ਤੁਹਾਨੂੰ ਇਹੀ ਲੱਗਦਾ ਵੀ ਤੁਸੀਂ ਦੂਜੇ ਜਿਹੜੇ ਹੈਗੇ ਨੇ ਉਹ ਤੁਹਾਡੇ ਨਾਲ ਵੀ ਚੀਟਿੰਗ ਕਰ ਰਹੇ ਨੇ, ਹੈ ਨਾ, ਕਿਉਂਕਿ ਇਹ ਜਿਹੜਾ ਬੇਕਰ ਸੀ ਇਹ ਆਪ ਤਾਂ ਇਮਾਨਦਾਰ ਸੀ ਨਹੀਂ ਤੇ ਇਸੇ ਕਰਕੇ ਇਹਨੂੰ ਲੱਗਿਆ ਵੀ ਜਿਹੜਾ ਕਿਸਾਨ ਹੈਗਾ ਉਹ ਵੀ ਇਮਾਨਦਾਰੀ ਨਹੀਂ ਵਰਤ ਰਿਹਾ। ਤੇ ਇਹ ਸਾਰੀ ਕਹਾਣੀ ਜਿਹੜੀ ਹੈਗੀ ਹੈ, ਜਿਹੜੀ ਮੈਂ ਐਕਸਪੀਰੀਅੰਸ ਕੀਤੀ ਉਹ ਮੈਂ ਇੱਥੇ ਲਿਖਤੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਇੱਥੇ ਇੱਕ ਰੂਲ ਦਿੱਤਾ ਹੋਇਆ ਹੈ CAD ਰੂਲ। ਦੇਖਦੇ ਹਾਂ ਇਹਦੇ ਵਿੱਚ ਕੀ ਕੀ ਹੈਗਾ। ਪਹਿਲੇ C ਤੋਂ ਹੈਗਾ ਕਨਵਰਸੇਸ਼ਨ, ਜਿਹਦਾ ਮਤਲਬ ਹੁੰਦਾ ਹੈ ਗੱਲਬਾਤ। A ਤੋਂ ਹੈਗਾ ਐਕਸ਼ਨ, ਯਾਨੀ ਕਿ ਕੋਈ ਕੰਮ ਕਰਨਾ ਜਾਂ ਆਪਾਂ ਕਹਿ ਸਕਦੇ ਹਾਂ ਕਾਰਵਾਈ ਕਰਨਾ। C ਤੋਂ ਹੈਗਾ ਕਮਿਟਮੈਂਟ, ਯਾਨੀ ਵਚਨਬੱਧ ਹੋਣਾ। A ਤੋਂ ਹੈਗਾ ਐਕਸੈਪਟੈਂਸ, ਮਨਜ਼ੂਰੀ ਮੰਨਣਾ। ਡੀ ਤੋਂ ਹੈਗਾ ਡੀਲਿੰਗਸ, ਯਾਨੀ ਕਿ ਲੈਣ ਦੇਣ ਦੇ ਬਾਰੇ ਸਮਝਣਾ। ਹੁਣ ਇਹ ਜਿਹੜੇ ਰੂਲਸ ਹੈਗੇ ਨੇ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਸਮਝਦੇ ਹਾਂ। ਡੀਅਰ ਚਿਲਡਰਨ, these are the 5 rules। ਇਹ ਜਿਹੜੇ ਹੈਗੇ ਨੇ 5 ਰੂਲਸ ਹੈਗੇ ਨੇ, ਜਾਂ ਆਪਾਂ ਕਹਿ ਸਕਦੇ ਹਾਂ 5 ਨਿਯਮ ਹੈਗੇ ਨੇ ਬੱਚਿਓ। ਯੂ ਹੈਵ ਟੂ ਰਿਮੈਂਬਰ ਐਂਡ ਫੋਲੋ, ਜਿਨ੍ਹਾਂ ਨੂੰ ਤੁਸੀਂ ਯਾਦ ਵੀ ਰੱਖਣਾ ਹੈ ਤੇ ਫੋਲੋ ਵੀ ਕਰਨਾ ਹੈ, ਜਿਨ੍ਹਾਂ ਦੀ ਪਾਲਣਾ ਵੀ ਕਰਨੀ ਹੈ। ਸਭ ਤੋਂ ਪਹਿਲਾ ਹੈਗਾ ਕਨਵਰਸੇਸ਼ਨ, ਯਾਨੀ ਕਿ ਗੱਲਬਾਤ। When dealing with anyone, be honest and truthful। ਜਦੋਂ ਵੀ ਤੁਸੀਂ ਕਿਸੇ ਨਾਲ ਨਜਿੱਠ ਰਹੇ ਹੋ, ਗੱਲਬਾਤ ਕਰ ਰਹੇ ਹੋ, ਹਮੇਸ਼ਾ ਇਮਾਨਦਾਰੀ ਤੇ ਸੱਚਾਈ ਨਾਲ ਕਰੋ। It is mandatory to be honest and truthful in each relationship। ਹਰ ਰਿਸ਼ਤੇ ਵਿੱਚ ਇਮਾਨਦਾਰ ਤੇ ਸੱਚਾ ਹੋਣਾ ਲਾਜ਼ਮੀ ਹੈ। Only then you can last them forever and live a happy life। ਸਿਰਫ ਤਦੀ ਜਦ ਤੁਸੀਂ ਇਮਾਨਦਾਰ ਹੋਗੇ, ਸੱਚੇ ਹੋਗੇ, ਤੁਸੀਂ ਉਹਨਾਂ ਨੂੰ ਨਿਭਾ ਸਕਦੇ ਹੋ ਤੇ ਆਪ ਵੀ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹੋ। ਦੂਜਾ ਐਕਸ਼ਨ, whatever you do, do it honestly and sincerely। ਤੁਸੀਂ ਜੋ ਵੀ ਕਰਦੇ ਹੋ ਉਹਨੂੰ ਇਮਾਨਦਾਰੀ ਦੇ ਨਾਲ ਕਰੋ ਤੇ ਪੂਰਾ ਸੱਚੇ ਦਿਲ ਦੇ ਨਾਲ ਕਰੋ। Doing so will create your identity unique। ਜੇਕਰ ਤੁਸੀਂ ਅਜਿਹਾ ਕਰੋਗੇ, ਅਜਿਹਾ ਕਰਨ ਦੇ ਨਾਲ ਤੁਹਾਡੀ ਜਿਹੜੀ ਪਛਾਣ ਹੈ ਉਹ ਵੱਖਰੀ ਬਣੇਗੀ। That will be a source of inspiration for others। ਤੇ ਦੂਜਿਆਂ ਲਈ ਉਹ ਪ੍ਰੇਰਨਾ ਦਾ ਇੱਕ ਕਾਰਨ ਵੀ ਬਣ ਜਾਊਗਾ। ਥਰਡ, ਕਮਿਟਮੈਂਟ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵਚਨਬੱਧ ਹੋਣਾ। Always be committed। ਹਮੇਸ਼ਾ ਜੋ ਤੁਸੀਂ ਮੰਨਦੇ ਹੋ ਉਹਦੇ ਨਾਲ ਜੁੜੇ ਰਹੋ। Try to fulfill your promise to someone honestly and sincerely। ਜੇ ਤੁਸੀਂ ਕਿਸੇ ਨਾਲ ਕੋਈ ਵਾਅਦਾ ਕੀਤਾ ਹੈ ਤਾਂ ਉਹਨੂੰ ਇਮਾਨਦਾਰੀ ਦੇ ਨਾਲ ਪੂਰਾ ਕਰੋ। This kind of thinking will make you trustworthy in the society। ਜੇਕਰ ਤੁਸੀਂ ਵਚਨਬੱਧ ਹੋ ਕੇ ਨਿਭਾਉਂਦੇ ਹੋ, ਸੱਚਾਈ ਨਾਲ ਨਿਭਾਉਂਦੇ ਹੋ, ਤਾਂ ਇਸ ਤਰ੍ਹਾਂ ਤੁਹਾਡੀ ਜਿਹੜੀ ਸੋਚ ਹੈਗੀ ਹੈ ਉਹ ਵੀ ਵਧੀਆ ਹੋਏਗੀ ਤੇ ਨਾਲ ਦੀ ਨਾਲ ਤੁਸੀਂ ਸੁਸਾਇਟੀ ਦੇ ਵਿੱਚ ਵੀ ਪਛਾਣੇ ਜਾਓਗੇ ਵੀ ਇਹ ਬਹੁਤ ਇਮਾਨਦਾਰ ਤੇ ਸੱਚਾ ਬੰਦਾ ਹੈ। Fourth, acceptance, यानी स्वीकार करना किसी चीज ਨੂੰ, मानना। If you
ਇਨਐਡਵਰਟੈਂਟਲੀ ਮੇਕ ਅ ਮਿਸਟੇਕ, ਜੇਕਰ ਤੁਸੀਂ ਅਣਜਾਣੇ ਵਿੱਚ ਕੋਈ ਗਲਤੀ ਕਰ ਦਿੰਦੇ ਹੋ, ਟਰਾਈ ਨਾਟ ਟੂ ਹਾਈਡ ਇਟ ਔਰ ਰਿਪੀਟ ਇਟ, ਤਾਂ ਤੁਸੀਂ ਉਹਨੂੰ ਲੁਕਾਉਣ ਦੀ ਜਾਂ ਦੁਹਰਾਉਣ ਦੀ ਕੋਸ਼ਿਸ਼ ਨਾ ਕਰੋ। ਬੀ ਰਿਸਪੌਂਸਿਬਲ, ਜ਼ਿੰਮੇਵਾਰੀ ਲਓ, ऑनेस्ट बनो, ईमानदार बनो एंड सिंसियर। एक्नॉलेज योर मिस्टेक एंड डू योर बेस्ट टू करेक्ट इट, अपनी गलती मनो, स्वीकारो ते उन्हें सुधारन दी पूरी कोशिश करो। The one who admits his her mistake becomes great in the eyes of others। ਜੇਕਰ ਕੋਈ ਬੰਦਾ ਆਪਣੀ ਗਲਤੀ ਮੰਨ ਲੈਂਦਾ ਹੈ ਤਾਂ ਉਹ ਦੂਜਿਆਂ ਦੀ ਅੱਖਾਂ ਵਿੱਚ, ਨਜ਼ਰਾਂ ਵਿੱਚ ਵੱਡਾ ਇਨਸਾਨ ਬਣ ਜਾਂਦਾ ਹੈ। ਪੰਜਵਾਂ, ਡੀਲਿੰਗਸ। In everyday life, you sometimes deal with many things। ਕਦੇ-ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਨਜਿੱਠ ਰਹੇ ਹੁੰਦੇ ਹੋ। Caution, ਸਾਵਧਾਨੀ। Truthfulness, ਸੱਚਾਈ, honesty, foresight and transparency used in the interactions lifts you up in the eyes of all and you get everyone's support। ਸਾਵਧਾਨ ਰਹਿਣਾ, ਗੱਲਬਾਤ ਕਰਦੇ ਹੋਏ ਈਮਾਨਦਾਰ ਰਹਿਣਾ, ਦੂਰ ਦ੍ਰਿਸ਼ਟੀ ਰੱਖਣਾ ਤੇ ਨਾਲ ਦੀ ਨਾਲ ਪੂਰਾ ਆਪਾਂ ਕਹਿ ਸਕਦੇ ਹਾਂ ਟਰਾਂਸਪੇਰੈਂਸੀ ਰੱਖਣਾ, ਯਾਨੀ ਕਿ ਕਿਸੇ ਨੂੰ ਦਗਾ ਨਾ ਦੇਣਾ। ਇਹ ਤੁਹਾਨੂੰ ਆਪਣੀਆਂ ਨਜ਼ਰਾਂ ਦੇ ਵਿੱਚ ਵੀ ਚੱਕਦਾ ਹੈ ਤੇ ਦੂਜਿਆਂ ਦੀ ਵੀ ਤੁਹਾਨੂੰ ਸਪੋਰਟ ਮਿਲਦੀ ਹੈ। ਤੇ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਯਾਦ ਜ਼ਰੂਰ ਰੱਖਿਓ। ਅੱਗੇ ਹੈਗਾ ਥਿੰਕ ਐਂਡ ਆਨਸਰ, ਸੋਚੋ ਤੇ ਜਵਾਬ ਦਿਓ। ਡੀਅਰ ਚਿਲਡਰਨ, when you perceive lies, deception, theft, dishonesty, etc. all around you, it makes you disheartened। ਬੱਚਿਓ ਕਿ ਇਹ ਹੁੰਦਾ ਹੈ ਵੀ ਜੇ ਤੁਸੀਂ ਆਪਣੇ ਚਾਰੇ ਪਾਸੇ ਝੂਠ, ਧੋਖਾ, ਚੋਰੀ, ਬੇਈਮਾਨੀ ਅਜਿਹੀਆਂ ਚੀਜ਼ਾਂ ਦਾ ਅਨੁਭਵ ਕਰਦੇ ਹੋ ਤਾਂ ਤੁਸੀਂ ਆਪ ਨਿਰਾਸ਼ ਹੋ ਜਾਂਦੇ ਹੋ। You grow enthusiastic to improve others, ਤੇ ਤੁਸੀਂ ਜੋਸ਼ ਦੇ ਵਿੱਚ ਆ ਜਾਂਦੇ ਹੋ ਵੀ ਦੂਜਿਆਂ ਨੂੰ ਮੈਂ ਸੁਧਾਰਾਂਗੀ, ਬਿਹਤਰ ਕਰਾਂਗੀ, ਅਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ। If you want to make a difference in others, ਤੇ ਜੇਕਰ ਤੁਸੀਂ ਚਾਹੁੰਦੇ ਹੋ ਵੀ ਦੂਜਿਆਂ ਵਿੱਚ ਫਰਕ ਲੈ ਕੇ ਆਓ, you will have to start with yourself। ਤੁਹਾਨੂੰ ਇਹ ਕੰਮ ਆਪਣੇ ਆਪ ਤੋਂ ਸ਼ੁਰੂ ਕਰਨਾ ਪਏਗਾ। The qualities you want to see in others, first adopt them and set an example for others। ਜੋ ਗੁਣ ਤੁਸੀਂ ਦੂਜਿਆਂ ਵਿੱਚ ਦੇਖਣਾ ਚਾਹੁੰਦੇ ਹੋ, ਪਹਿਲਾਂ ਉਹਨਾਂ ਨੂੰ ਅਪਣਾਓ ਤੇ ਦੂਜਿਆਂ ਲਈ ਇੱਕ ਐਗਜ਼ਾਮਪਲ, ਮਿਸਾਲ ਕਾਇਮ ਕਰੋ। ਓਨਲੀ ਦੈਨ ਯੂ ਕੈਨ ਚੇਂਜ ਅਦਰਸ। ਜੇ ਤੁਸੀਂ ਆਪਣੇ ਆਪ ਦੇ ਵਿੱਚ ਬਦਲਾਵ ਲੈ ਕੇ ਆਓਗੇ ਤਾਂ ਹੀ ਤੁਸੀਂ ਦੂਜਿਆਂ 'ਚ ਬਦਲਾਵ ਲੈ ਕੇ ਆ ਸਕਦੇ ਹੋ। ਪਹਿਲਾ, ਟਰੂਥਫੁਲਨੈਸ ਐਂਡ ਓਨੈਸਟੀ ਬ੍ਰਿੰਗ ਟਰਾਂਸਪੇਰੈਂਸੀ ਐਂਡ ਸਵੀਟਨੈਸ ਇਨ ਰਿਲੇਸ਼ਨਸ਼ਿਪ। ਸੱਚਾਈ ਤੇ ਇਮਾਨਦਾਰੀ ਰਿਸ਼ਤਿਆਂ ਵਿੱਚ ਮਿਠਾਸ ਲੈ ਕੇ ਆਉਂਦੀ ਹੈ, ਟਰਾਂਸਪੇਰੈਂਸੀ ਲੈ ਕੇ ਆਉਂਦੀ ਹੈ, ਯਾਨੀ ਝੂਠ ਫਰੇਬ ਨਹੀਂ ਲੈ ਕੇ ਆਉਂਦੀ, ਸੱਚਾਈ ਲੈ ਕੇ ਆਉਂਦੀ ਹੈ। What steps will you take to build a good relationship? ਤੇ ਤੁਸੀਂ ਇੱਕ ਚੰਗਾ ਰਿਸ਼ਤਾ ਬਣਾਉਣ ਲਈ ਕਿਹੜੇ ਕਦਮ ਚੁੱਕੋਗੇ? ਦੇਖੋ ਇਹਦਾ ਆਨਸਰ ਮੈਂ ਇੱਥੇ ਲਿਖਿਆ। I'll be a good listener। ਮੰਨ ਲਓ ਮੈਂ ਰਿਸ਼ਤਾ ਬਣਾਉਣਾ ਹੈ ਤਾਂ ਮੈਂ ਦੂਜੇ ਦੀ ਗੱਲ ਸੁਣਾਂਗੀ। I'll pay attention to the whole person। ਜਦ ਬੰਦਾ ਗੱਲ ਕਰ ਰਿਹਾ ਹੈ ਤਾਂ ਉਹਦੇ ਵੱਲ ਧਿਆਨ ਦੇਵਾਂਗੀ। Remember things that are important to others। ਦੂਜਿਆਂ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ ਉਹਨਾਂ ਦਾ ਧਿਆਨ ਰੱਖਾਂਗੀ। Be consistent and manage emotions। ਚੰਗੇ ਤਰੀਕੇ ਦੇ ਨਾਲ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੀ ਤੇ ਇਸ ਦੇ ਵਿੱਚ ਲਗਾਤਾਰ ਲੱਗੀ ਰਹਾਂਗੀ। Be open and share my feelings when the time is right। ਮੰਨ ਲਓ ਮੈਂ ਕੁਝ ਕਿਸੇ ਨੂੰ ਕਹਿਣਾ ਹੈ ਤਾਂ ਸਹੀ ਟਾਈਮ ਦੇਖ ਕੇ ਮੈਂ ਆਪਣੀਆਂ ਭਾਵਨਾਵਾਂ ਵੀ ਸ਼ੇਅਰ ਕਰਾਂਗੀ। Be genuine, confident, humble, positive and fun to talk to। ਤੇ ਜੇ ਕੋਈ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਉਹਦੇ ਵਿੱਚ ਝਿਜਕ ਨਹੀਂ ਹੋਣੀ ਚਾਹੀਦੀ। ਕਿਉਂ? ਕਿਉਂਕਿ ਮੈਂ ਕੀ ਬਣ ਜਾਵਾਂਗੀ, ਮੈਂ ਇੱਕਦਮ ਅਜਿਹੀ ਇਨਸਾਨ ਬਣ ਜਾਵਾਂਗੀ ਜਿਹਦੇ ਵਿੱਚ ਨਿਮਰਤਾ ਹੋਏਗੀ, ਉਹ ਪੋਜ਼ਿਟਿਵ ਸੋਚਦਾ ਹੋਏਗਾ, ਗੱਲ ਕਰਨ 'ਚ ਵਧੀਆ ਲੱਗਦਾ ਹੋਏਗਾ ਬੰਦੇ ਨੂੰ, ਤੇ ਉਹ ਮੈਂ ਕੌਨਫੀਡੈਂਟ ਵੀ ਫੀਲ ਕਰਾਂਗੀ। ਅਗਲਾ, honesty identifies a person। ਈਮਾਨਦਾਰੀ ਇੱਕ ਬੰਦੇ ਨੂੰ ਦਰਸਾਉਂਦੀ ਹੈ। Suppose a student in your class is dishonest। ਤੇ ਮੰਨ ਲਓ ਵੀ ਤੁਹਾਡੀ ਕਲਾਸ ਦੇ ਵਿੱਚ ਇੱਕ ਵਿਦਿਆਰਥੀ ਬੇਈਮਾਨ ਹੈ। Can you help him her to be honest? ਕੀ ਤੁਸੀਂ ਉਹਦੀ ਮਦਦ ਕਰ ਸਕਦੇ ਹੋ ਵੀ ਉਹ ਇਮਾਨਦਾਰ ਬਣ ਜਾਏ? If so, how? ਤੇ ਜੇ ਕਰ ਸਕਦੇ ਹੋ ਤਾਂ ਕਿਵੇਂ ਕਰੋਗੇ? ਦੇਖੋ ਮੈਂ ਆਨਸਰ ਇਹ ਲਿਖਿਆ, in order to teach him to be honest। ਜੇਕਰ ਮੈਂ ਉਹਨੂੰ ਸਿਖਾਣਾ ਹੈ ਵੀ ਕਿਵੇਂ ਇਮਾਨਦਾਰ ਬਣਨਾ ਹੈ, I'll be gentle to him। ਮੈਂ ਉਹਦੇ ਲਈ ਜੈਂਟਲ ਹੋਵਾਂਗੀ, ਉਹਨੂੰ ਪਿਆਰ ਕਰਾਂਗੀ।
figure out the reasons as to why does he lie। ਤੇ ਮੈਂ ਕੋਸ਼ਿਸ਼ ਕਰਾਂਗੀ ਇਹ ਜਾਣਨ ਦੀ ਵੀ ਬਈ ਉਹ ਝੂਠ ਬੋਲਦਾ ਹੈ ਤਾਂ ਕਿਉਂ ਬੋਲਦਾ ਹੈ। I'll appreciate, ਇੱਥੇ I ਨਹੀਂ ਆਏਗਾ, ਇੱਥੇ ਆਏਗਾ I'll, I ਤੋਂ ਬਾਅਦ double L। I'll appreciate and boost his confidence whenever he speaks the truth। ਜਦ ਵੀ ਉਹ ਸੱਚ ਬੋਲੇਗਾ ਮੈਂ ਉਹਨੂੰ ਸ਼ਾਬਾਸ਼ੀ ਦਵਾਂਗੀ, ਉਹਦਾ ਪ੍ਰੋਤਸਾਹਨ ਵਧਾਵਾਂਗੀ। Also patiently I'll try to understand his emotions and feelings। ਤੇ ਨਾਲ ਦੀ ਨਾਲ ਮੈਂ ਉਹਦੇ ਜਜ਼ਬਾਤਾਂ ਨੂੰ, ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂਗੀ। ਇਸ ਤਰੀਕੇ ਨਾਲ ਅਸੀਂ ਕਿਸੇ ਦੇ ਵਿੱਚ ਬਦਲਾਵ ਲੈ ਕੇ ਆ ਸਕਦੇ ਹਾਂ, ਜ਼ਬਰਦਸਤੀ ਨਾਲ ਨਹੀਂ। ਅਗਲਾ, stealing is a crime। ਚੋਰੀ ਕਰਨਾ ਇੱਕ ਅਪਰਾਧ ਹੈ। Suppose your classmate has a habit of stealing। ਮੰਨ ਲਓ ਵੀ ਤੁਹਾਡੀ ਕਲਾਸ ਦੇ ਵਿੱਚ ਜਿਹੜਾ ਦੋਸਤ ਹੈ ਉਹਨੂੰ ਚੋਰੀ ਕਰਨ ਦੀ ਆਦਤ ਹੈ। Would you dare to tell your teacher? ਕੀ ਤੁਸੀਂ ਆਪਣੇ ਅਧਿਆਪਕ ਨੂੰ ਇਸ ਬਾਰੇ ਦੱਸੋਗੇ? If so, ਜੇਕਰ ਦੱਸੋਗੇ, how will you help your teacher to change him her? ਜੇ ਦੱਸ ਵੀ ਦੋਗੇ ਤਾਂ ਫਿਰ ਤੁਸੀਂ ਆਪਣੇ ਅਧਿਆਪਕ ਦੀ ਕਿਵੇਂ ਮਦਦ ਕਰੋਗੇ ਉਹਦੇ ਵਿੱਚ ਬਦਲਾਵ ਲਿਆਉਣ ਲਈ? ਦੇਖੋ ਮੈਂ ਇੱਥੇ ਜਵਾਬ ਲਿਖਿਆ ਹੈ, my teacher would take adequate steps to explain him how bad is it to steal। ਮੇਰੇ ਜਿਹੜੇ ਅਧਿਆਪਕ ਨੇ ਉਹ ਸਹੀ ਕਦਮ ਚੱਕਣਗੇ ਉਹਨੂੰ ਇਹ ਸਮਝਾਉਣ ਦੇ ਲਈ ਵੀ ਭਾਈ ਚੋਰੀ ਕਰਨਾ ਮਾੜਾ ਕਿਉਂ ਹੈ। We would not insult him openly। ਆਪਾਂ ਸਾਰਿਆਂ ਸਾਹਮਣੇ ਉਹਦੀ ਬੇਇੱਜ਼ਤੀ ਨਹੀਂ ਕਰਾਂਗੇ, but privately talk to him। ਪਰ ਕੱਲੇ 'ਚ ਲੈ ਕੇ ਜਾ ਕੇ ਉਹਨੂੰ ਗੱਲਬਾਤ ਕਰਾਂਗੇ that this would not help him in the long run। ਉਹਨੂੰ ਇਹ ਸਮਝਾਵਾਂਗੇ ਵੀ ਇਹ ਚੋਰੀ ਕਰਨਾ ਉਹਦੀ ਮਦਦ ਨਹੀਂ ਕਰੇਗਾ ਜ਼ਿੰਦਗੀ ਦੇ ਵਿੱਚ। ਅੱਗੇ, honest and truthful man deserves respect। ਜਿਹੜਾ ਇਮਾਨਦਾਰ ਇਨਸਾਨ ਹੁੰਦਾ ਹੈ, ਸੱਚਾ ਇਨਸਾਨ ਹੁੰਦਾ ਹੈ, ਉਹਨੂੰ ਇੱਜ਼ਤ ਮਿਲਣੀ ਚਾਹੀਦੀ ਹੈ, ਉਹ ਡਿਜ਼ਰਵ ਕਰਦਾ ਹੈ, ਉਹ ਹੱਕਦਾਰ ਹੁੰਦਾ ਹੈ। What qualities should an honest person have? ਇੱਕ ਇਮਾਨਦਾਰ ਇਨਸਾਨ ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ? ਦੇਖੋ ਮੈਂ ਇੱਥੇ ਲਿਖਿਆ an honest man should have the following qualities। ਉਹਦੇ ਵਿੱਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਨੇ। He should be truthful। ਉਹਨੂੰ ਇਮਾਨਦਾਰ ਸੱਚਾ ਹੋਣਾ ਚਾਹੀਦਾ ਹੈ। Fair, loyal, ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਬਹੁਤ ਜ਼ਿਆਦਾ ਮਤਲਬ ਚੀਟਿੰਗ ਨਾ ਕਰੇ। ਸਿੰਸੀਅਰ ਤੇ ਹੰਬਲ ਵੀ ਹੋਣਾ ਚਾਹੀਦਾ ਹੈ, ਨਿਮਰਤਾ ਵਾਲਾ ਇਨਸਾਨ ਵੀ ਹੋਣਾ ਚਾਹੀਦਾ ਹੈ। ਅੱਗੇ, your personality traits and ethics। ਵੀ ਤੁਹਾਡਾ ਜਿਹੜੀ ਸ਼ਖਸੀਅਤ ਹੈਗੀ ਉਹਦੇ ਵਿੱਚ ਕੀ ਗੁਣ ਨੇ, ਕੀ ਨੈਤਿਕਤਾ ਹੈਗੀ ਹੈ। Dear children, make truth and honesty a part of your personality। ਪਿਆਰੇ ਬੱਚਿਓ, ਸੱਚਾਈ ਤੇ ਇਮਾਨਦਾਰੀ ਨੂੰ ਆਪਣੀ ਸ਼ਖਸੀਅਤ ਦਾ ਇੱਕ ਹਿੱਸਾ ਬਣਾਓ। People will remember your name for a long time। ਜੇ ਤੁਸੀਂ ਇਮਾਨਦਾਰ ਹੋਗੇ, ਸੱਚੇ ਹੋਗੇ, ਲੋਕ ਤੁਹਾਡਾ ਨਾਮ ਯਾਦ ਰੱਖਣਗੇ। Only good work, honesty and truth survive after death। ਮਰਨ ਤੋਂ ਬਾਅਦ ਜੇ ਕੁਝ ਬਚਦਾ ਹੈ ਕਿਸੇ ਇਨਸਾਨ ਦਾ ਪਿੱਛੇ, ਉਹ ਹੁੰਦਾ ਸੱਚਾਈ, ਇਮਾਨਦਾਰੀ ਤੇ ਨੈਤਿਕਤਾ। Make a list of 5 things you will do to be an honest and truthful child। ਸੱਚਾ ਤੇ ਇਮਾਨਦਾਰ ਇਨਸਾਨ ਬਣਨ ਲਈ 5 ਚੀਜ਼ਾਂ ਲਿਖੋ ਜੋ ਤੁਸੀਂ ਕਰੋਗੇ। ਤੇ ਇਹਦਾ ਆਨਸਰ ਇੱਥੇ ਹੈਗਾ ਕਿ ਸੈਟ ਐਨ ਐਗਜ਼ਾਮਪਲ। ਮੈਂ ਦੂਜਿਆਂ ਦੀ ਐਗਜ਼ਾਮਪਲ ਸੈੱਟ ਕਰਾਂਗੀ। ਪ੍ਰੈਕਟਿਸ ਟਰਸਟਵਰਦੀਨੈਸ ਇਨ ਮਾਈ ਸੈਲਫ। ਸੱਚਾ ਬਣਨ ਦੀ ਜਿਹੜੀ ਕੋਸ਼ਿਸ਼ ਹੈ ਉਹ ਮੈਂ ਕਰਦੀ ਰਵਾਂਗੀ। Explain how important is it morally to be trustworthy। ਦੂਜਿਆਂ ਨੂੰ ਵੀ ਸਮਝਾਵਾਂਗੀ ਵੀ ਕਿੰਨਾ ਜ਼ਰੂਰੀ ਹੈਗਾ ਨੈਤਿਕ ਤੌਰ ਤੇ ਇਮਾਨਦਾਰ ਹੋਣਾ। Attach consequences if necessary। ਮੰਨ ਲਓ ਕੋਈ ਬੰਦਾ ਅਜਿਹਾ ਮੇਰੇ ਸਾਹਮਣੇ ਆ ਰਿਹਾ ਜਿਹਨੂੰ ਇਹਦੀ ਕੋਈ ਵੈਲਿਊ ਨਹੀਂ ਹੈ, ਤਾਂ ਫਿਰ ਮੈਂ ਉਹਨੂੰ ਉਦਾਹਰਨ ਦੇ ਕੇ ਵੀ ਇਹਦੇ ਕੀ ਨੁਕਸਾਨ ਨੇ ਜੇ ਆਪਾਂ ਅਜਿਹਾ ਨਹੀਂ ਬਣਦੇ ਆ, ਉਹ ਦੇ ਕੇ ਸਮਝਾਵਾਂਗੀ। Give them opportunities to prove their talent। ਜੇ ਕੋਈ ਹੋਰ ਬਣਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇੱਕ ਮੌਕਾ ਦੇਵਾਂਗੀ ਕਿ ਉਹ ਆਪਣਾ ਟੈਲੈਂਟ ਦਿਖਾ ਸਕਣ ਕਿ ਉਹ ਕਿੰਨੇ ਇਮਾਨਦਾਰ ਤੇ ਸੱਚੇ ਨੇ। ਅਗਲਾ, make a list of 5 immoral things you will never do। ਉਹਨਾਂ ਚੀਜ਼ਾਂ ਦੀ ਸੂਚੀ ਬਣਾਓ ਜੋ ਗਲਤ ਨੇ ਤੇ ਤੁਸੀਂ ਕਦੇ ਵੀ ਉਹਨਾਂ ਨੂੰ ਨਹੀਂ ਕਰੋਗੇ। ਇਹਦਾ ਆਨਸਰ ਮੈਂ ਇੱਥੇ ਲਿਖਿਆ I would never ever lie to myself or others। ਨਾ ਮੈਂ ਆਪਣੇ ਆਪ ਨੂੰ ਝੂਠ ਬੋਲਾਂਗੀ, ਨਾ ਦੂਜਿਆਂ ਨੂੰ ਝੂਠ ਬੋਲਾਂਗੀ। I'll always accept if I'm at fault। ਜੇ ਮੇਰੀ ਗਲਤੀ ਹੈ ਤਾਂ ਮੈਂ ਉਹਨੂੰ ਮੰਨਾਂਗੀ। I'll never cheat or disrespect anyone। ਨਾ ਮੈਂ ਕਦੇ ਕਿਸੇ ਨੂੰ ਚੀਟ ਕਰਾਂਗੀ, ਧੋਖਾ ਦੇਵਾਂਗੀ, ਨਾ ਡਿਸਰਿਸਪੈਕਟ ਕਰਾਂਗੀ। I would never neglect my health। ਮੈਂ ਆਪਣੀ ਸਿਹਤ ਵੱਲ ਧਿਆਨ ਦੇਵਾਂਗੀ, ਉਹਨੂੰ ਇਗਨੋਰ ਨਹੀਂ ਕਰਾਂਗੀ। I would never forget who helped me when things got rough। ਜਦ ਮੁਸ਼ਕਲਾਂ ਆਈਆਂ ਸੀ ਤਾਂ ਜਿਹਨੇ ਮੇਰੀ ਮਦਦ ਕੀਤੀ ਸੀ ਉਹਨੂੰ ਮੈਂ ਕਦੇ ਨਹੀਂ ਭੁੱਲਾਂਗੀ। I would never blame others for the problems that I face।
मैं कदे भी दूजियां नूं इल्जाम नहीं देवांगी, दोष नहीं ठहरावांगी जद कोई प्रॉब्लम मैं आप फेस कर रही हूँ, है ना, भी ओदा भी मैं दूजियां ते दोष दे दा। ਅੱਗੇ ਪਲੇਜ ਹੈਗੀ ਹੈ, ਆਈ ਵਿਲ ਆਲਵੇਜ਼ ਬੀ ਟਰੂਥਫੁਲ ਐਂਡ ਓਨੈਸਟ, ਮੈਂ ਹਮੇਸ਼ਾ ਸੱਚਾਈ ਤੇ ਇਮਾਨਦਾਰੀ ਦੇ ਨਾਲ ਚੱਲਾਂਗੀ, ਐਂਡ ਵਿਲ ਆਲਵੇਜ਼ ਵਾਕ ਔਨ ਦ ਪਾਥ ਆਫ ਟਰੂਥ ਐਂਡ ਓਨੈਸਟੀ, ਤੇ ਹਮੇਸ਼ਾ ਉਹਨਾਂ ਦੋਨਾਂ ਦੇ ਮਾਰਗ ਤੇ ਚੱਲਾਂਗੀ ਜਿਹੜਾ ਮਾਰਗ ਸੱਚਾਈ ਤੇ ਇਮਾਨਦਾਰੀ ਵੱਲ ਚੱਲਦਾ ਹੈ। ਤੇ ਇਹ ਸੀ ਬੇਟਾ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਸ ਚੈਪਟਰ ਸਮਝ ਆ ਗਿਆ, ਤੁਸੀਂ ਬਹੁਤ ਕੁਝ ਸਿੱਖਿਆ ਹੈਗਾ। ਜੇ ਵਧੀਆ ਲੱਗੀ ਵੀਡੀਓ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।